शाह हुसैन। शाह हुसैन पंजाबी ਦੇ ਪ੍ਰਸਿੱਧ ਸੂਫੀ ਕਵੀ ਹੋਏ ਹਨ। ਆਪ ਦਾ ਜਨਮ ਲਾਹੌਰ ਵਿਖੇ ਸ਼ੇਖ ਉਸਮਾਨ ਟੱਡਾ ਦੇ ਘਰ ਹੋਇਆ। ਆਪ ਨੇ ਅਬੂ ਬਕਰ ਕੋਲੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ। ਸ਼ਾਹ ਹੁਸੈਨ ਪਹਿਲੇ ਸੂਫੀ ਕਵੀ ਹੋਏ ਹਨ ਜਿਨ੍ਹਾਂ ਨੇ ਸ਼ਰ੍ਹਾਂ ਦੀਆਂ ਰੂੜੀਵਾਦੀ ਪਾਬੰਦੀਆਂ ਤੋਂ ਬਗਾਵਤ ਕੀਤੀ। ਆਪ ਮਸਤ ਮਲੰਗ ਤਬੀਅਤ ਦੇ ਮਨੁੱਖ ਸਨ। ਆਪ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਮੁਰਸ਼ਦ ਪ੍ਰੇਮ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਹੈ। ਆਪ ਨੇ ਦਰਦ ਅਤੇ ਵਿਛੋੜੇ ਦੇ ਵਿਸ਼ੇ ਲਏ ਹਨ। ਇਹਨਾਂ ਵਿੱਚ ਗਹਿਰੀ ਹੂਕ ਅਤੇ ਪੀੜ ਹੈ। ਆਪ ਦੀ ਰਚਨਾ ਰਾਗਾਂ ਵਾਲੀ ਵਿੱਚ ਹੋਣ ਕਰਕੇ ਗਾਈ ਜਾ ਸਕਦੀ ਹੈ। ਆਪ ਦੀ ਬੋਲੀ ਸਰਲ ਸਾਦਾ ਅਤੇ ਠੇਠ ਹੈ। ਬੋਲੀ ਉੱਤੇ ਲਹਿੰਦੀ ਭਾਸ਼ਾ ਦਾ ਪ੍ਰਭਾਵ ਵਧੇਰੇ ਹੈ। ਕਾਫੀਆਂ ਦੇ ਵਿੱਚ ਗੁਰਬਾਣੀ ਦੀ ਸ਼ੈਲੀ ਅਤੇ ਅਲੰਕਾਰਾਂ ਦਾ ਪ੍ਰਭਾਵ ਹੈ। ਆਪ ਦੁਨੀਆ ਦੀ ਨਾਸ਼ਮਾਨਤਾ ਅਤੇ ਅਟਲ ਮੌਤ ਨੂੰ ਯਾਦ ਕਰਦੇ ਹੋਏ ਆਪਣੇ ਇਸ਼ਟ ਦੇ ਸੱਚੇ ਪ੍ਰੇਮ ਲਈ ਨਿਮਰਤਾ ਸਾਹਿਤ ਆਪਣਾ ਆਪ ਕੁਰਬਾਨ ਕਰ ਦੇਣਾ ਲੋਚਦੇ ਹਨ। ਇਸ਼ਟ ਮਤਲਬ ਪਰਮਾਤਮਾ ਜਾਂ ਰੱਬ। ਹਥਲੇ ਕਾਵਿ ਸੰਗ੍ਰਹਿ ਦੇ ਵਿੱਚ ਆਪ ਦੀਆਂ 6 ਕਾਫੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਕਾਫੀਆਂ ਦੇ ਵਿੱਚ ਸ਼ਾਹ ਹੁਸੈਨ ਨੇ ਨਿਮਰਤਾ, ਗਰੀਬੀ, ਆਜਜੀ ਅਤੇ ਮਿੱਠਤੇ ਗੁਣਾਂ ਦੀ ਪ੍ਰੇਰਨਾ ਦਿੱਤੀ ਹੈ ਅਤੇ ਫਕੀਰਾਨਾ ਮਸਤੀ ਵਿੱਚ ਆਪੇ ਤੋਂ ਬੇਖੁਦ ਹੋ ਕੇ ਪਰਮਾਤਮਾ ਨੂੰ ਪਾਉਣ ਦੇ ਵਿਚਾਰ ਦਿੱਤੇ ਹਨ। ਆਓ ਵਿਦਿਆਰਥੀਓ, ਹੁਣ ਅਸੀਂ ਕਰਦੇ ਹਾਂ ਪ੍ਰਸੰਗ ਵਿਆਖਿਆ। ਪਹਿਲਾ ਹੈ ਇੱਥੇ ਰਹਿਣਾ ਨਹੀਂ। ਇੱਥੇ ਰਹਿਣਾ ਨਹੀਂ ਭਾਵ ਕਿ ਜ਼ਿੰਦਗੀ ਦੇ ਵਿੱਚ ਕਿਸੇ ਵੀ ਕੋਈ ਵੀ ਜੀਵ ਜਾਂ ਕੋਈ ਵੀ ਇਨਸਾਨ ਜਿਹੜਾ ਆ ਉਸ ਦਾ ਇਸ ਦੁਨੀਆ 'ਤੇ ਰਹਿਣਾ ਜਿਹੜਾ ਆ ਉਹ ਅਟਲ ਨਹੀਂ ਹੈਗਾ, ਕਿ ਸਦਾ ਹੀ ਉਹ ਇਨਸਾਨ ਇਸ ਜ਼ਿੰਦਗੀ ਦੇ ਵਿੱਚ ਨਹੀਂ ਰਹੇਗਾ। ਜੇਕਰ ਕੋਈ ਚੀਜ਼ ਜਿਹੜੀ ਹੈ ਸਥਿਰ ਰਹਿਣ ਵਾਲੀ ਹੈ ਤਾਂ ਉਹ ਹੈ ਪਰਮਾਤਮਾ ਦਾ ਨਾਮ ਜਾਂ ਪਰਮਾਤਮਾ। ਇੱਥੇ ਰਹਿਣਾ ਨਹੀਂ ਕੋਈ ਬਾਤ ਚੱਲਣ ਦੀ ਕਰਵੋ ਰਹਾਓ। ਵੱਡੇ ਉੱਚੇ ਮਹਿਲ ਉਸਾਰਿਓ ਗੌਰ ਨਿਮਾਣੀ ਕਰਵੋ। ਗੌਰ ਮਤਲਬ ਕਬਰ। ਹੁਣ ਇੱਥੇ ਸ਼ਾਹ ਹੁਸੈਨ ਕਹਿੰਦੇ ਨੇ ਕਿ ਹੇ ਭਾਈ, ਹੇ ਇਨਸਾਨ, ਕਿ ਤੂੰ ਇਸ ਦੁਨੀਆ ਦੇ ਵਿੱਚ ਸਦਾ ਨਹੀਂ ਰਹਿਣਾ। ਤੈਨੂੰ ਹੋਰ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਛੱਡ ਕੇ ਜਿਹੜਾ ਆ ਇੱਥੇ ਤੁਰਨ ਦੀ ਗੱਲ ਕਰਨੀ ਚਾਹੀਦੀ ਹੈ। ਇਸ ਪ੍ਰਕਾਰ ਕਿ ਤੈਨੂੰ ਮੌਤ ਨੂੰ ਜਿਹੜਾ ਆ ਹਰ ਸਮੇਂ ਯਾਦ ਕਰਨਾ ਚਾਹੀਦਾ ਹੈ। ਵੱਡੇ ਉੱਚੇ ਮਹਿਲ ਉਸਾਰਿਓ ਗੌਰ ਨਿਮਾਣੀ ਕਰਵੋ, ਕਿ ਤੂੰ ਜਿਹੜਾ ਇਸ ਸੰਸਾਰਿਕ ਜਿਹੜੇ ਪਦਾਰਥ ਨੇ, ਠੀਕ ਹੈ, ਜਿਹੜਾ ਅਸੀਂ ਜ਼ਿੰਦਗੀ ਦੇ ਵਿੱਚ ਪੈਸੇ ਦੇ ਪਿੱਛੇ ਦੌੜ ਰਹੇ ਹਾਂ, ਉੱਚੇ ਉੱਚੇ ਮਕਾਨਾਂ ਦੇ ਪਿੱਛੇ ਬਣਾਉਣ ਪਿੱਛੇ ਆਪਾਂ ਜਿਹੜਾ ਆਪਣੀ ਦਿਨ ਰਾਤ ਇੱਕ ਕਰ ਰਹੇ ਹਾਂ, ਕਿ ਇਹ ਜਿਹੜੇ ਸੰਸਾਰਿਕ ਪਦਾਰਥ ਨੇ ਇਹਨਾਂ ਨੂੰ ਅਸੀਂ ਇਕੱਠੇ ਕਰ ਕਰਕੇ ਜਿਹੜਾ ਆ ਵੱਡੇ ਵੱਡੇ ਮਹਿਲ ਉਸਾਰੇ ਹੋਏ ਨੇ, ਜੋ ਕਿ ਇਹ ਸਦਾ ਵੀ ਸਥਿਰ ਨਹੀਂ ਰਹਿਣੇ ਜਾਂ ਸਾਡੇ ਕਿਸੇ ਵੀ ਕੰਮ ਜਿਹੜਾ ਆ ਉਹ ਨਹੀਂ ਆਉਣੇ। ਇਸ ਲਈ ਅੰਤ ਦੇ ਵਿੱਚ ਜਿਹੜਾ ਆ ਉਹ ਜਿਹੜੀ ਕਬਰ ਹੈ, ਕਬਰ ਹੀ ਸਾਡਾ ਅਸਲੀ ਘਰ ਹੋਵੇਗੀ। ਜਿਸ ਦੇ ਹੀ ਤੂੰ ਮਾਣ ਕਰੇਨਾ, ਦੇਹੀ ਮਤਲਬ ਸਰੀਰ, ਜਿਸ ਦੇ ਹੀ ਤੂੰ ਮਾਣ ਕਰੇਨਾ ਜਿਉਂ ਪਰਛਾਵੇਂ ਟਰਵੋ। ਟਰਵੋ ਮਤਲਬ ਟਲਦਾ ਹੈ। ਛੋੜ ਤ੍ਰਿਖਾਈ ਪਕੜ ਹਲੀਮੀ। ਤ੍ਰਿਖਾਈ ਮਤਲਬ ਤ੍ਰਿਸ਼ਨਾ ਤੇਜੀ, ਪਕੜ ਹਲੀਮੀ, ਹਲੀਮੀ ਮਤਲਬ ਨਿਮਰਤਾ। ਭੈ ਸਾਹਿਬ ਥੀ ਡਰਵੋ। ਭੈ ਮਤਲਬ ਡਰ, ਸਾਹਿਬ ਥੀ ਡਰਵੋ। ਕੀ ਕਹਿੰਦੇ ਨੇ ਕਿ ਸ਼ਾਹ ਹੁਸੈਨ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਜਿਹੜਾ ਆ ਤੂੰ ਬਹੁਤ ਹੀ ਜਿਹੜਾ ਸੋਹਣੇ ਸਰੀਰ ਦਾ, ਸੋਹਣੀ ਆਪਣੀ ਜਿਹੜੀ ਬੋਡੀ ਹੈਗੀ ਹੈ, ਸਰੀਰ ਹੈਗਾ ਆ, ਉਹਦਾ ਬਹੁਤ ਮਾਣ ਕਰਦਾ। ਅਸੀਂ ਆਪਣੇ ਸਰੀਰ ਨੂੰ ਜਿਹੜਾ ਬਹੁਤ ਸ਼ਿੰਗਾਰਨ ਦੇ ਲਈ ਜਿਹੜਾ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਕਰਦੇ ਹਾਂ, ਪਰ ਕਹਿੰਦੇ ਕਿ ਇਹ ਜਿਉਂ ਪਰਛਾਵੇਂ ਟਰਵੋ, ਕਿ ਕਹਿੰਦੇ ਇਹ ਇੱਕ ਨਾ ਇੱਕ ਦਿਨ ਜਿੱਦਾਂ ਪਰਛਾਵੇਂ ਜਿਹੜਾ ਆ ਪਰਛਾਵਾਂ ਢਲ ਜਾਂਦਾ ਹੁੰਦਾ, ਸ਼ੈਡੋ ਜਿਹੜੀ ਢਲ ਜਾਂਦੀ ਹੁੰਦੀ ਹੈ, ਇੱਦਾਂ ਹੀ ਸਾਡਾ ਜਿਹੜਾ ਸਰੀਰ ਹੈ ਉਹ ਵੀ ਇੱਕ ਨਾ ਇੱਕ ਦਿਨ ਜਿਹੜਾ ਆ ਢਲ ਜਾਵੇਗਾ, ਸਦਾ ਸਥਿਰ ਨਹੀਂ ਰਹੇਗਾ। ਚੋਟ ਤਿਖੜਾਈ ਪਕੜ ਹਲੀਮੀ। ਇਸ ਕਰਕੇ ਜਿਹੜਾ ਆ ਸਾਨੂੰ ਸੰਸਾਰਿਕ ਪਦਾਰਥਾਂ ਜਿਹੜੇ ਆ ਉਹ ਕੰਮ ਜਿਹੜੇ ਉਹ ਨਹੀਂ ਕਰਨੇ ਚਾਹੀਦੇ, ਉਹਨਾਂ ਦੇ ਵਿੱਚ ਜ਼ਿਆਦਾ ਜਿਹੜਾ ਵਿਅਸਤ ਜਿਹੜਾ ਆ ਉਹ ਨਹੀਂ ਫਸਣਾ ਨਹੀਂ ਚਾਹੀਦਾ। ਭੈ ਸਾਹਿਬ ਦੀ ਡਰਵੋ, ਤੇ ਸਾਨੂੰ ਜਿਹੜਾ ਆ ਉਸ ਪਰਮਾਤਮਾ ਦਾ, ਆਪਣੀ ਤ੍ਰਿਸ਼ਨਾ ਨੂੰ ਛੱਡ ਕੇ
ਸਾਨੂੰ ਨਿਮਰਤਾ ਧਾਰਨ ਕਰਨੀ ਚਾਹੀਦੀ ਹੈ, ਪਿਆਰ ਦੇ ਨਾਲ ਰਹਿਣਾ, ਹਰ ਇੱਕ ਦੇ ਨਾਲ ਚੰਗਾ ਵਿਵਹਾਰ ਕਰਨਾ, ਤੇ ਉਸ ਪਰਮਾਤਮਾ ਦੇ ਭੈ ਤੋਂ ਮਤਲਬ ਡਰ ਤੋਂ ਜਿਹੜਾ ਆ ਉਹ ਡਰਨਾ ਚਾਹੀਦਾ ਹੈ। ਕਹੇ ਹੁਸੈਨ ਹਯਾਤੀ ਲੋੜ ਹੈ, ਤਾਂ ਮਰਨ ਥੀ ਅੱਗੇ ਮਰਵੋ। ਮਰਨ ਥੀ ਅੱਗੇ ਮਰਵੋ ਮਤਲਬ ਆਪਣੇ ਅਭਿਮਾਨ ਜਾਂ ਹੰਕਾਰ ਨੂੰ ਛੱਡ ਕੇ ਅੱਗੇ ਜੀਵਨ ਬਤੀਤ ਕਰਨਾ। ਠੀਕ ਹੈ, ਇਸ ਤਰ੍ਹਾਂ ਜਿਹੜਾ ਆ ਸ਼ਾਹ ਹੁਸੈਨ ਜੀ ਕਹਿੰਦੇ ਨੇ ਕਿ ਹੇ ਭਾਈ, ਕਿ ਤੈਨੂੰ ਜਿਹੜਾ ਆ ਜੇਕਰ ਤੂੰ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਚੰਗੀ ਤਰ੍ਹਾਂ ਜਿਹੜਾ ਆ ਉਹ ਜਿਉਣਾ ਚਾਹੁੰਦਾ ਹੈਗਾ ਆ, ਹਯਾਤੀ ਮਤਲਬ ਜ਼ਿੰਦਗੀ ਜਿਉਣਾ ਚਾਹੁੰਦਾ ਹੈ, ਤਾਂ ਤੈਨੂੰ ਜਿਹੜਾ ਆ ਆਪਣੇ ਅੰਦਰੋਂ ਹਉਮੈ ਨੂੰ ਜਿਹੜਾ ਆ ਉਹ ਮਾਰ ਦੇਣਾ ਚਾਹੀਦਾ ਹੈ, ਤੇ ਪ੍ਰਭੂ ਦੇ ਨਾਲ, ਪਰਮਾਤਮਾ ਦੇ ਨਾਲ ਇੱਕਮਿਕ ਹੋ ਕੇ ਅਮਰ ਹੋ ਜਾਣਾ ਚਾਹੀਦਾ ਹੈ। ਵਿਦਿਆਰਥੀਓ, ਅਸੀਂ ਪੜ੍ਹਿਆ ਇੱਥੇ ਰਹਿਣਾ ਨਹੀਂ ਕਿ ਇਨਸਾਨ ਦੀ ਜਿਹੜੀ ਜ਼ਿੰਦਗੀ ਦੇ ਵਿੱਚ ਜਿਹੜਾ ਆ ਜ਼ਿੰਦਗੀ ਸਾਡੀ ਜਿਹੜੀ ਉਹ ਸਥਿਰ ਰਹਿਣ ਵਾਲੀ ਨਹੀਂ ਹੈਗੀ। ਇੱਕ ਨਾ ਇੱਕ ਦਿਨ ਜਿਹੜੀ ਹੈ ਇਨਸਾਨ ਨੂੰ ਮੌਤ ਆਉਣੀ ਹੈ। ਇਸ ਕਰਕੇ ਮੌਤ ਤੋਂ ਪਹਿਲਾਂ ਜਿਹੜਾ ਸਾਨੂੰ ਆਪਣੇ ਅੰਦਰੋਂ ਹੰਕਾਰ ਨੂੰ ਛੱਡ ਦੇਣਾ ਚਾਹੀਦਾ ਹੈ। ਕਹਿ ਬਾਗੇ ਕੀ ਮੂਲੀ, ਅੱਗੇ ਕਰਾਂਗੇ ਅਸੀਂ। ਕਹਿ ਬਾਗੇ ਕੀ ਮੂਲੀ, ਕਹਿ ਬਾਗੇ ਕੀ ਮੂਲੀ ਮਤਲਬ ਇੱਕ ਬਹੁਤ ਹੀ ਮਾਮੂਲੀ ਚੀਜ਼। ਕਹਿ ਬਾਗੇ ਕੀ ਮੂਲੀ ਹੁਸੈਨਾ, ਤੂੰ ਕਹਿ ਬਾਗੇ ਕੀ ਮੂਲੀ ਰਹਾਓ। ਇੱਥੇ ਸ਼ਾਹ ਹੁਸੈਨ ਜੀ ਕਹਿ ਰਹੇ ਨੇ ਕਿ ਇਸ ਸੰਸਾਰ ਦੇ ਵਿੱਚ ਤੇਰੀ ਹਸਤੀ, ਆਪਣੇ ਆਪ ਨੂੰ ਕਰ ਰਹੇ ਕਿ ਇਸ ਸੰਸਾਰ ਦੇ ਵਿੱਚ ਤੇਰੀ ਹਸਤੀ ਬੜੀ ਹੀ ਤੁੱਛ ਹੈ। ਤੁੱਛ ਮਤਲਬ ਕਿ ਕਿਸੇ ਵੀ ਚੀਜ਼ ਦੇ ਵਿੱਚ, ਮਤਲਬ ਕਿ ਇੱਕ ਮਾਮੂਲੀ ਜਿਹੀ ਜਿਹੜੀ ਚੀਜ਼ ਹੈ, ਕਿ ਤੂੰ ਇੱਕ ਮਾਮੂਲੀ ਚੀਜ਼ ਹੈ। ਬਾਗਾਂ ਦੇ ਵਿੱਚ ਫੁੱਲ ਅਜਾਇਬ, ਤੂੰ ਵੀ ਇੱਕ ਗੰਦੂਲੀ। ਗੰਦੂਲੀ ਮਤਲਬ ਇੱਕ ਮਾਮੂਲੀ ਜੀ ਕੋਈ ਜੰਗਲੀ ਬੂਟੀ। ਠੀਕ ਹੈ, ਬਾਗਾਂ ਦੇ ਵਿੱਚ ਫੁੱਲ ਅਜਾਇਬ, ਤੂੰ ਵੀ ਇੱਕ ਗੰਦੂਲੀ ਮਾਮੂਲੀ ਜੰਗਲੀ ਜਿਹੜੀ ਬੂਟੀ ਹੈ। ਤਾਂ ਇੱਥੇ ਸ਼ਾਹ ਹੁਸੈਨ ਜੀ ਕਹਿ ਰਹੇ ਨੇ ਕਿ ਆਲੇ ਦੁਆਲੇ ਦੇ ਜਿਹੜੇ ਸੰਸਾਰ, ਜਿਹੜੇ ਬਾਗ ਨੇ, ਉਹਨਾਂ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਜਿਹੜੇ ਨੇ ਅਨੋਖੇ ਡਿਫਰੈਂਟ ਜਿਹੜੇ ਨੇ ਫੁੱਲ ਖਿੜੇ ਹੋਏ ਹੁੰਦੇ ਨੇ, ਤੇ ਤੂੰ ਵੀ ਜਿਹੜਾ ਆ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਖੂਬ ਖੁਸ਼ਬੂਦਾਰ ਬੂਟੀ ਹੈ। ਆਪਣਾ ਆਪ ਪਛਾਣੇ ਨਹੀਂ, ਅਵਰਾਂ ਦੇਖ ਕਿਉਂ ਭੁੱਲੀ। ਠੀਕ ਹੈ, ਕਿ ਤੂੰ ਆਪਣੇ ਆਪ ਦੀ ਪਛਾਣ ਦਾ ਕੰਮ, ਆਪਣੇ ਆਪ ਨੂੰ ਪਛਾਣਨਾ ਦਾ ਕੰਮ ਕਰਦਾ ਹੀ ਨਹੀਂ ਹੈ, ਪਰ ਤੂੰ ਆਲੇ ਦੁਆਲੇ ਹੋਰਨਾਂ ਜਿਹੜੇ ਪਦਾਰਥ ਹੈਗੇ ਨੇ ਉਹਨਾਂ ਦੇ ਵਿੱਚ ਜਿਹੜਾ ਭੁੱਲਿਆ ਫਿਰਦਾ ਹੈ। ਇਸ਼ਕੇ ਦੇ ਦਰਿਆਓ ਕਰਾਹੀ, ਕਰਾਹੀ ਮਤਲਬ ਸ਼ੋਰ ਕਰ ਰਿਹਾ, ਮਨਸੂਰ ਕਬੂਲੀ ਸੂਲੀ। ਹੁਣ ਇਸ ਦਾ ਅਰਥ ਹੈ ਕਿ ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜੇ ਇਸ਼ਕ ਦੇ ਦਰਿਆ ਦਾ ਜਿਹੜਾ ਚਾਲਾ ਜਿਹੜਾ ਹੁੰਦਾ ਉਹ ਉਲਟਾ ਹੁੰਦਾ ਹੈ। ਇੱਥੇ ਆਸ਼ਿਕ ਨੂੰ ਪ੍ਰੇਮ ਨਹੀਂ, ਸਗੋਂ ਕਿ ਮੌਤ ਜਿਹੜੀ ਉਹ ਮਿਲਦੀ ਹੈ। ਸ਼ਾਹ ਹੁਸੈਨ ਦਿਆ ਪਾਇਆ ਦਰ ਉੱਤੇ, ਜੇਕਰ ਪਵੇ ਕਬੂਲੀ। ਕਿ ਸ਼ਾਹ ਹੁਸੈਨ ਪਿਆ ਦਰ ਉੱਤੇ, ਦਰ ਮਤਲਬ ਦਰਵਾਜ਼ਾ, ਜੇਕਰ ਪਵੇ ਕਬੂਲੀ, ਕਿ ਜਿਹੜਾ ਜੇਕਰ ਇਸੇ ਕਾਰਨ ਕਿ ਕਹਿੰਦੇ ਨੇ ਕਿ ਜਿਹੜਾ ਆਸ਼ਿਕ ਹੈ ਉਹਨੂੰ ਪ੍ਰੇਮ ਨਹੀਂ ਮਿਲਦਾ, ਸਗੋਂ ਕਿ ਮੌਤ ਹੀ ਮਿਲਦੀ ਹੈ। ਇਸੇ ਕਾਰਨ ਜਿਹੜਾ ਆ ਮਨਸੂਰ ਨੂੰ ਵੀ ਜਿਹੜਾ ਸੀ ਸੂਲੀ ਜਿਹੜਾ ਉਹ ਚੜ੍ਹਨਾ ਪਿਆ ਸੀ, ਮਨਜ਼ੂਰ ਕਰਨਾ ਪਿਆ ਸੀ ਉਹਨੂੰ ਸੂਲੀ ਚੜ੍ਹਨਾ। ਤੇ ਸ਼ਾਹ ਹੁਸੈਨ ਜੀ ਕਹਿੰਦੇ ਨੇ ਕਿ ਹੇ ਪ੍ਰਮਾਤਮਾ, ਕਿ ਮੈਂ ਤੇਰੇ ਦਰ ਤੇ ਢਹਿ ਪਿਆ ਹਾਂ, ਤਾਂ ਜੋ ਤੂੰ ਮਿਹਰ ਕਰ ਤੇ ਮੈਨੂੰ ਕਬੂਲ ਕਰ ਲੈ। ਕਿ ਸਾਡੀ ਜ਼ਿੰਦਗੀ ਜਿਹੜੀ ਹੈ, ਸਾਡਾ ਜਿਹੜਾ ਜੀਵਨ ਆ, ਜਾਂ ਅਸੀਂ ਆਪਣੇ ਆਪ ਦੇ ਉੱਤੇ ਬੜਾ ਹੰਕਾਰ ਕਰਦੇ ਹਾਂ, ਅਸੀਂ ਸੰਸਾਰਿਕ ਪਦਾਰਥਾਂ ਦੇ ਉੱਤੇ ਜਿਹੜਾ ਆਪਣਾ ਸਮਾਂ ਜਿਹੜਾ ਬਤੀਤ ਕਰਦੇ ਹਾਂ, ਪਰ ਸ਼ਾਹ ਹੁਸੈਨ ਜੀ ਕਹਿੰਦੇ ਨੇ ਕਿ ਇਹ ਜਿਹੜੀ ਚੀਜ਼, ਆਪਣੀ ਜਿਹੜੀ ਜ਼ਿੰਦਗੀ ਹੈ, ਬਹੁਤ ਹੀ ਤੁੱਛ ਹੈ, ਇੱਕ ਮਾਮੂਲੀ ਜਿਹੀ ਚੀਜ਼ ਹੈਗੀ ਹੈ। ਕਿ ਅਸੀਂ ਅਨੇਕਾਂ ਸੰਸਾਰਾਂ ਦੀਆਂ ਵਸਤਾਂ ਦੇ ਵਿੱਚੋਂ ਬਹੁਤ ਹੀ ਇੱਕ ਖੂਬ ਖੁਸ਼ਬੂਦਾਰ ਜਿਹੀ ਬੂਟੀ ਆ, ਤੇ ਇਸ ਲਈ ਜਿਹੜਾ ਆ ਸਾਨੂੰ ਆਪਣੇ ਆਪ ਨੂੰ ਆਪਣੇ ਅੰਦਰੋਂ ਜਿਹੜਾ ਪਛਾਣਨਾ ਚਾਹੀਦਾ ਹੈ, ਸਗੋਂ ਕਿ ਦੂਸਰੀਆਂ ਵਸਤਾਂ ਦੇ ਵਿੱਚ ਖੁੱਭ ਕੇ ਜਿਹੜਾ ਆਪਣੇ ਆਪ ਨੂੰ ਭੁੱਲਣਾ ਨਹੀਂ ਚਾਹੀਦਾ ਹੈਗਾ। ਤੇ ਪਰਮਾਤਮਾ ਦੇ ਦਰ ਦੇ ਉੱਤੇ ਹੀ ਆਪਣੇ ਆਪ ਨੂੰ ਜਿਹੜਾ ਹੈ ਉਹ ਨਿਸ਼ਾਵਰ ਕਰਨਾ ਹੈ, ਤਾਂ ਕਿ ਪਰਮਾਤਮਾ ਜਿਹੜਾ ਇਨਸਾਨ ਦੇ ਉੱਤੇ ਮਿਹਰ ਕਰੇ, ਉਹਨੂੰ ਆਪਣੇ ਚਰਨਾਂ ਦੇ ਵਿੱਚ ਕਬੂਲ ਕਰੇ। ਰੱਬਾ ਮੇਰੇ ਔਗਣ ਚਿੱਤ ਨਾ ਧਰੀ, ਰੱਬਾ ਮੇਰੇ ਔਗਣ ਚਿੱਤ ਨਾ ਧਰੀ ਰਹਾਉ। ਔਗਣ ਯਾਰੀ ਨੂੰ ਕੋ ਗੁਣ ਨਾਹੀ, ਲੂ ਲੂ ਐਬ ਭਰੀ। ਐਬ ਮਤਲਬ ਔਗਣ। ਠੀਕ ਹੈ,
ਹੁਣ ਇਸ ਦੇ ਵਿੱਚ ਜਿਹੜਾ ਆ ਸ਼ਾਹ ਹੁਸੈਨ ਜੀ ਕਹਿ ਰਹੇ ਨੇ ਕਿ ਹੇ ਪਰਮਾਤਮਾ, ਤੂੰ ਮੇਰੇ ਔਗਣਾਂ ਨੂੰ ਆਪਣੇ ਖਿਆਲ ਦੇ ਵਿੱਚ ਨਾ ਰੱਖੀ। ਔਗਣ ਹੁੰਦਾ ਕਿ ਜਿਹੜੇ ਸਾਡੇ ਵਿੱਚ ਕੋਈ ਕਮੀਆਂ ਹੁੰਦੀਆਂ ਨੇ, ਠੀਕ ਹੈ, ਜਿਹੜੇ ਮੇਰੇ ਔਗਣ ਨੇ ਉਹਨਾਂ ਨੂੰ ਆਪਣੇ ਖਿਆਲ ਦੇ ਵਿੱਚ ਨਾ ਰੱਖੀ। ਜੇ ਤੂੰ ਮੇਰੇ ਔਗਣ ਵਿਚਾਰਨ ਲੱਗਾ ਤਾਂ ਮੇਰਾ ਛੁਟਕਾਰਾ ਨਹੀਂ ਹੋਵੇਗਾ। ਕਿ ਜੋ ਇਸ ਜ਼ਿੰਦਗੀ ਦੇ ਵਿੱਚ ਜੇਕਰ ਮੈਂ ਬਹੁਤ ਮਾੜੇ ਕੰਮ ਕੀਤੇ ਨੇ, ਮੇਰੇ 'ਚ ਔਗਣ ਨੇ, ਜੇਕਰ ਤੂੰ ਇਹਨਾਂ ਨੂੰ ਦੇਖਣ ਲੱਗਾ ਤਾਂ ਫਿਰ ਮੇਰਾ ਕੋਈ ਛੁਟਕਾਰਾ ਨਹੀਂ ਹੋਵੇਗਾ। ਔਗਣ ਯਾਰੀ ਗੁਣ ਨੂੰ ਕੋ ਗੁਣ ਨਾਹੀਂ, ਲੂ ਲੂ ਐਬ ਭਰੀ। ਕਿ ਮੈਂ ਬਹੁਤ ਜ਼ਿਆਦਾ ਜਿਹੜਾ ਆ ਔਗਣਹਾਰੀ ਹਾਂ, ਮੈਂ ਪਾਪੀ ਹਾਂ ਅਤੇ ਮੇਰੇ ਵਿੱਚ ਕੋਈ ਵੀ ਇੱਕ ਗੁਣ ਨਹੀਂ ਹੈ ਅਤੇ ਮੇਰਾ ਜਿਹੜਾ ਰੋਮ ਰੋਮ ਆ ਉਹ ਪਾਪਾਂ ਦੇ ਨਾਲ ਭਰਿਆ ਹੋਇਆ ਹੈ। ਠੀਕ ਹੈ, ਕਿ ਸ਼ਾਹ ਹੁਸੈਨ ਜੀ ਕਹਿ ਰਹੇ ਨੇ ਪਰਮਾਤਮਾ ਨੂੰ ਕਿ ਮੇਰੇ ਔਗਣਾਂ ਨੂੰ ਤੂੰ ਨਾ ਚਿਤਾਰੀ, ਕਿ ਮੈਂ ਜੇਕਰ ਤੂੰ ਮੇਰੇ ਔਗਣਾਂ ਨੂੰ ਦੇਖਣ ਲੱਗ ਜਾਏਗਾ ਤਾਂ ਮੇਰਾ ਛੁਟਕਾਰਾ ਨਹੀਂ ਹੋਵੇਗਾ ਅਤੇ ਮੈਂ ਇੱਕ ਔਗਣਹਾਰੀ ਹਾਂ, ਕਿ ਮੇਰੇ 'ਚ ਬਹੁਤ ਸਾਰਾ ਔਗਣ ਨੇ, ਮੇਰੇ ਰੋਮ ਰੋਮ ਦੇ ਵਿੱਚ ਜਿਹੜਾ ਪਾਪ ਜਿਹੜਾ ਉਹ ਭਰਿਆ ਹੋਇਆ ਹੈ। ਜਿਉਂ ਭਾਵੇਂ ਤਿਉਂ ਰਾਖ ਪਿਆਰਿਆ, ਮੈਂ ਤੇਰੇ ਦੁਆਰੇ ਭਰੀ। ਹੁਣ ਦੇਖੋ, ਹੁਣ ਕਹਿ ਰਹੇ ਨੇ ਸ਼ਾਹ ਹੁਸੈਨ ਜੀ ਕਿ ਜਿਹੜਾ ਮੇਰੇ ਅੰਦਰ ਜਿਹੜਾ ਰੋਮ ਰੋਮ ਪਾਪ ਭਰਿਆ ਹੋਇਆ, ਇਸ ਕਰਕੇ ਤੂੰ ਮੇਰੇ ਔਗਣਾਂ ਨੂੰ ਨਾ ਵਿਚਾਰ, ਸਗੋਂ ਮੇਰੇ ਉੱਤੇ ਮਿਹਰ ਕਰ। ਹੇ ਪਿਆਰੇ, ਮੈਂ ਤੇਰੇ ਦੁਆਰੇ 'ਤੇ ਆ ਡਿੱਗੀ ਹਾਂ। ਦੁਆਰੇ ਮਤਲਬ ਤੇਰੇ ਦਰਵਾਜ਼ੇ 'ਤੇ, ਤੇਰੇ ਦੁਆਰੇ 'ਤੇ ਆ ਡਿੱਗੀ ਹਾਂ। ਜਿਵੇਂ ਤੇਰਾ ਦਿਲ ਕਰਦਾ ਹੈ ਮੈਨੂੰ ਉਸੇ ਤਰ੍ਹਾਂ ਹੀ ਰੱਖ ਲੈ। ਕਹੇ ਹੁਸੈਨ ਫਕੀਰ ਨਿਮਾਣਾ, ਅਦਲੋ ਫਜ਼ਲ ਕਰੀ। ਅਦਲੋ ਫਜ਼ਲ ਕਰੀ ਕਿ ਮੇਰੇ ਵਿੱਚ ਬਹੁਤ ਜ਼ਿਆਦਾ ਕਮਜ਼ੋਰੀਆਂ ਨੇ, ਇਸ ਕਰਕੇ ਜਿਹੜਾ ਮੇਰੇ ਉੱਤੇ ਮਿਹਰ ਕਰੀ। ਠੀਕ ਹੈ, ਕਿ ਕਹਿੰਦੇ ਨੇ ਕਿ ਮੈਂ ਤੇਥੋਂ ਇਹ ਚੀਜ਼ ਚਾਹੁੰਦਾ ਹਾਂ ਕਿ ਮੇਰੇ ਔਗਣਾਂ ਅਤੇ ਮੇਰੀਆਂ ਕਮਜ਼ੋਰੀਆਂ ਜਿਹੜੀਆਂ ਨੇ ਉਹਨਾਂ ਦੇ ਵੱਲ ਨਾ ਦੇਖਦਾ ਹੋਇਆ ਮੇਰੇ ਉੱਤੇ ਨਿਆਂ ਕਰਨ ਦਾ ਯਤਨ ਨਾ ਕਰੀ, ਸਗੋਂ ਕਿ ਮੈਨੂੰ ਜਿਹੜਾ ਆ ਆਪਣੀ ਮਿਹਰ ਕਰਕੇ ਮੇਰਾ ਜਿਹੜਾ ਬੇੜਾ ਜਿਹੜਾ ਆ ਉਹ ਪਾਰ ਲੰਘਾ ਦੇ। ਹੁਣ ਅੱਗੇ ਅਸੀਂ ਕਰਾਂਗੇ ਮੁਸ਼ਕਿਲ ਘਾਟ ਫਕੀਰੀ ਦਾ। ਮੁਸ਼ਕਿਲ ਘਾਟ ਫਕੀਰੀ ਦਾ ਵੋ, ਮੁਸ਼ਕਿਲ ਘਾਟ ਫਕੀਰੀ ਦਾ। ਸ਼ਾਹ ਹੁਸੈਨ ਜੀ ਕਹਿੰਦੇ ਨੇ ਕਿ ਹੇ ਭਾਈ, ਫਕੀਰੀ ਦਾ ਜਿਹੜਾ ਰਸਤਾ ਜਿਹੜਾ ਆ ਉਹ ਬੜਾ ਹੀ ਔਖਾ ਹੈਗਾ ਅਤੇ ਇਸ ਰਾਹ ਦੇ ਉੱਤੇ ਤੁਰਨਾ ਜਿਹੜਾ ਆ ਉਹ ਸੌਖਾ ਨਹੀਂ ਹੈਗਾ। ਭਾਈ ਕੁਠਾਲੀ ਦੁਰਮਤ ਗਾਲੀ। ਕੁਠਾਲੀ ਮਤਲਬ ਮਿੱਟੀ ਦਾ ਇੱਕ ਬਰਤਨ, ਦੁਰਮਤ ਹੋ ਗਿਆ ਮੂਰਖਤਾ। ਕਰਮ ਜਗਾਏ ਸ਼ਰੀਰੀ ਦਾਵੋ ਰਹਾਓ। ਕਰਮ ਮਤਲਬ ਭਾਗ, ਸ਼ਰੀਰੀ ਹੋ ਗਿਆ ਦੇਹੀ, ਸਾਡਾ ਜਿਹੜਾ ਸਰੀਰ। ਕਿ ਤੈਨੂੰ ਚਾਹੀਦਾ ਹੈ ਕਿ ਤੂੰ ਜਿਹੜਾ ਆਪਣੀ ਨਦਾਨੀ ਨੂੰ ਮੁਰਸ਼ਦ ਦੀ ਸਿੱਖਿਆ ਦੀ ਕੁਠਾਲੀ ਦੇ ਵਿੱਚ ਪਾ ਕੇ ਗਾਲ ਦੇ ਅਤੇ ਇਸ ਤਰ੍ਹਾਂ ਸੂਝਵਾਨ ਹੋ ਕੇ ਆਪਣੀ ਆਤਮਾ ਦੇ ਭਾਗ ਜਗਾ ਲੈ। ਕਿ ਜਿੰਨੀਆਂ ਵੀ ਤੇਰੀ ਜਿਹੜੀ ਨਦਾਨੀਆਂ ਨੇ, ਜਿੰਨੇ ਵੀ ਤੇਰੇ ਕੰਮ ਜਿਹੜੇ ਹੈਗੇ ਨੇ, ਉਹਨਾਂ ਨੂੰ ਜਿਹੜਾ ਇੱਕ ਮਿੱਟੀ ਦੇ ਬਰਤਨ ਕੁਠਾਲੀ ਦੇ ਵਿੱਚ ਪਾ ਲੈ ਅਤੇ ਗਾਲ ਦੇ, ਅਤੇ ਇਸ ਤਰ੍ਹਾਂ ਕੀ ਹੋਵੇਗਾ, ਤੇਰੀ ਸੂਝਵਾਨ ਹੋ ਕੇ ਤੂੰ ਆਪਣੀ ਆਤਮਾ ਦੇ ਜਿਹੜਾ ਆ ਭਾਗ ਜਗਾ ਲੈ। ਚੋੜ ਤਕਬਰੀ ਪਕੜ ਹਲੀਮੀ। ਤਕਬਰੀ ਮਤਲਬ ਹੰਕਾਰ। ਰਾਹ ਪਕੜੋ ਸ਼ੀਰੀ ਦਾਵੋ। ਸ਼ੀਰੀ ਮਤਲਬ ਮਿਠਾਸ, ਮਿੱਠੀ ਜ਼ੁਬਾਨ। ਸ਼ਾਹ ਹੁਸੈਨ ਜੀ ਕਹਿੰਦੇ ਨੇ ਕਿ ਤੈਨੂੰ ਜਿਹੜਾ ਆਪਣਾ ਹੰਕਾਰ ਜਿਹੜਾ ਛੱਡਣਾ ਚਾਹੀਦਾ ਹੈ ਅਤੇ ਨਿਮਰਤਾ, ਪਿਆਰ ਵਾਲਾ ਜਿਹੜਾ ਜੀਵਨ ਜਿਹੜਾ ਉਹ ਬਤੀਤ ਕਰਨਾ ਚਾਹੀਦਾ ਹੈ ਅਤੇ ਹਮੇਸ਼ਾ ਮਿੱਠਾ ਬੋਲਣਾ ਅਤੇ ਚੰਗੇ ਰਾਹ ਦੇ ਉੱਤੇ ਜਿਹੜਾ ਉਹ ਤੁਰਨਾ ਚਾਹੀਦਾ ਹੈ। ਕਹੇ ਹੁਸੈਨ ਫਕੀਰ ਨਿਮਾਣਾ, ਦਫ਼ਤਰ ਪਾੜੋ ਮੀਰੀ ਦਾਵੋ। ਦਫ਼ਤਰ ਪਾੜੋ ਮੀਰੀ ਦਾਵੋ ਮਤਲਬ ਕਿ ਵਡੱਪਨ ਦਾ ਮਾਣ ਛੱਡਣਾ। ਇੱਥੇ ਕਹਿ ਰਹੇ ਨੇ ਕਿ ਜਿਹੜਾ ਤੂੰ ਫਕੀਰੀ ਦੇ ਰਾਹ ਦੇ ਉੱਤੇ ਜੇ ਤੂੰ ਤੁਰਨਾ ਚਾਹੁੰਦਾ ਆ ਤਾਂ ਤੈਨੂੰ ਆਪਣੇ ਵਡੱਪਨ ਦੀਆਂ ਮਿਸਾਲਾਂ ਜਿਹੜੀਆਂ ਨੇ ਉਹਨਾਂ ਨੂੰ ਛੱਡ ਦੇਣਾ ਚਾਹੀਦਾ ਹੈ। ਅਰਥਾਤ ਜਿਹੜਾ ਆ ਆਪਣੇ ਹੰਕਾਰ ਦਾ ਜਿਹੜਾ ਤਿਆਗ ਕਰਨਾ। ਆਪਣੇ ਜੇਕਰ ਜਿੰਨਾ ਸਮਾਂ ਤੂੰ ਆਪਣੇ ਹੰਕਾਰ ਦਾ ਤਿਆਗ ਨਹੀਂ ਕਰੇਗਾ ਤਾਂ ਤੂੰ ਪਰਮਾਤਮਾ ਦੇ ਜਿਹੜਾ ਰਾਹ ਦੇ ਵਿੱਚ, ਪਰਮਾਤਮਾ ਦੇ ਦਰਗਾਹ ਦੇ ਵਿੱਚ ਕਬੂਲ ਨਹੀਂ ਹੋਵੇਗਾ।